आप लिहो तुम कथा सुधारी। सतनाम श्री वाहिगुरु साहिब जी तोहरा सगरी निसमह सिख मिला शब्द अनेक बिद गाए ताल मृदंग रबाब ते सतगुर भले रिजाए। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी गुरु चरना 'ਚ बैठ के गुरबाणी ਦੇ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਜੋੜੀਏ। ਦਸਵੇਂ ਪਾਤਸ਼ਾਹ ਸਤਿਗੁਰੂ ਜੀ ਪਟਨੇ ਸਾਹਿਬ ਤੋਂ ਚੱਲ ਕੇ ਬਨਾਰਸ ਵਾਰਾਣਸੀ ਕਾਂਸ਼ੀ ਵਿਖੇ ਪਹੁੰਚੇ। ਕੁਝ ਦਿਨ ਇੱਥੇ ਨਿਵਾਸ ਕੀਤਾ। ਕਾਂਸ਼ੀ ਦੀਆਂ ਸੰਗਤਾਂ ਦਰਸ਼ਨ ਕਰਕੇ ਬਹੁਤ ਹੀ ਪ੍ਰਸੰਨ ਹੋਈਆਂ ਔਰ ਸਾਰੇ ਸ਼ਹਿਰ ਵਿੱਚ ਗੁਰੂ ਸਾਹਿਬ ਪਾਲਕੀ ਦੇ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਕਾਂਸ਼ੀ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕਰਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਮਾਣ ਕੀਤਾ ਹੈ। ਉਹ ਕਥਾ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰੋ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ श्री वाहेगुरु साहिब जी। सतनाम श्री वाहेगुरु साहिब जी। सगरी निसमह सिख मिला सारी रात सिख इकट्ठे हो के शब्द अनेक बिद गाए गुरबाणी ਦੇ ਸ਼ਬਦ ਪੜ੍ਹਦੇ ਹਨ, ਕੀਰਤਨ ਕਰਦੇ ਹਨ। ਤਾਲ ਮ੍ਰਿਦੰਗ ਰਬਾਬ ਤੇ ਤਾਲ ਵੱਜਦੇ ਨੇ, ਮਿਰਦੰਗ ਵੱਜਦਾ, ਰਬਾਬ ਵੱਜਦੀ ਹੈ। ਸਤਿਗੁਰ ਭਲੇ ਰਜਾਏ ਔਰ ਗੁਰੂ ਕੀ ਬਾਣੀ ਗਾ ਕੇ ਸਿੱਖ ਗੁਰੂ ਨੂੰ ਖੁਸ਼ ਕਰਦੇ ਹਨ। ਚੌਪਈ ਪ੍ਰਾਤ ਭਈ ਗੁਰ ਕੀ ਨਿਸ਼ਨਾਨੇ ਅੰਮ੍ਰਿਤ ਵੇਲਾ ਹੋਇਆ, ਗੁਰੂ ਸਾਹਿਬ ਨੇ ਇਸ਼ਨਾਨ ਕੀਤੇ ਹਨ। ਸਿੱਖਿਆ ਨ ਚਰਨ ਪਖਾਰਨ ਠਾਨੇ ਸਿੱਖਾਂ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਅੰਮ੍ਰਿਤ ਛਕਿਆ ਹੈ। ਚਰਨੋ ਦਕਲੈ ਨਿਜ ਨਿਜ ਧਾਮੂ ਔਰ ਮਹਾਰਾਜ ਦੇ ਚਰਨ ਪੌਲ ਆਪਣੇ ਘਰਾਂ 'ਚ ਲੈ ਗਏ ਹਨ। ਪਾਨ ਕਰਿਓਲੇ ਸ਼੍ਰੀ ਪ੍ਰਭ ਨਾਮੋ ਸਾਰੇ ਪਰਿਵਾਰਾਂ ਨੇ ਛਕਿਆ ਹੈ ਤੇ ਮਹਾਰਾਜ ਦਾ ਨਾਮ ਜਪਿਆ ਹੈ। ਸਭ ਥਲ ਮਹਿਸ਼ਰ ਕਾਵਨ ਕਰਿਓ ਔਰ ਗੁਰੂ ਸਾਹਿਬ ਜੀ ਦੀ ਚਰਨ ਪੌਲ ਘਰਾਂ ਵਿੱਚ ਛਿੜਕਾ ਵੀ ਕੀਤੀ ਹੈ। ਸਹਿਤ ਕਟੰਬ ਸਿੱਖ ਗਨ ਤਰਿਓ ਸਾਰੇ ਪਰਿਵਾਰ ਕੁਟੁੰਬ ਬੱਚੇ ਬੁੱਢੇ ਸਭ ਤਰ ਗਏ ਹਨ। ਵਾਹਨ ਹੋਏ ਤਿਆਰ ਢਿਗ ਆਏ ਇੰਨੇ ਨੂੰ ਗੁਰੂ ਸਾਹਿਬ ਦੇ ਰੱਥ ਗੱਡੇ ਰੇੜੇ ਵਾਹਨ ਪਾਲਕੀਆਂ ਤਿਆਰ ਹੋ ਕੇ ਆ ਗਈਆਂ। ਦਾਸਨ ਗਨ ਕੋ ਬਹੁ ਹਰ ਖਾਏ ਮਹਾਰਾਜ ਦੇ ਸੇਵਕ ਸਿੱਖ ਬੜੇ ਖੁਸ਼ ਸਨ। ਦਾਤੀ ਰਜ ਸਭ ਹਿਨ ਇਕਸਾਰ ਸਾਰਿਆਂ ਨੂੰ ਧੀਰਜ ਦੇ ਕੇ ਹੌਸਲਾ ਦੇ ਕੇ ਸਤਿਗੁਰ ਹੋਤ ਭਏ ਅਸਵਾਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਇੱਥੋਂ ਰਵਾਨਾ ਹੋਏ ਨੇ ਤੋਂ ਤਿਆਰੀ ਕੀਤੀ ਹੈ। ਨਿਕਸੇ ਕਾਂਸ਼ੀਪੁਰ ਕੋ ਛੋਰਾ ਕਾਂਸ਼ੀ ਸ਼ਹਿਰ ਨੂੰ ਛੱਡ ਕੇ ਨਿਕਲੇ ਹਨ ਕਲਗੀਆਂ ਵਾਲੇ ਪਾਤਸ਼ਾਹ ਜੀ। ਗਮਨੇ ਕਰਮੁਖ ਪਸ਼ਚਮ ਔਰਾ ਔਰ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਰ ਪਏ ਹਨ। ਆਦਰ ਹੇਤ ਪਚਾਵਨ ਆਏ ਕਹਿੰਦੇ ਕਾਂਸ਼ੀ ਵਾਲੇ ਲੋਕ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਕਈ ਮੀਲਾਂ ਤੱਕ ਨਾਲ ਤੁਰਦੇ ਆਏ ਹਨ। ਖਰੇ ਕਰੇ ਕਹਿ ਗੁਰ ਸਮਦਾਏ ਗੁਰੂ ਸਾਹਿਬ ਨੇ ਕਾਂਸ਼ੀ ਦੇ ਸਿੱਖਾਂ ਨੂੰ ਹੌਸਲਾ ਦਿੱਤਾ, ਭਾਈ ਹੁਣ ਤੁਸੀਂ ਵਾਪਸ ਜਾਓ। ਸਭ ਕੋ ਹਟਕ ਅਗਾਰੀ ਚਾਲੇ ਸਾਰਿਆਂ ਨੂੰ ਰੋਕ ਕੇ ਪਿੱਛੇ ਮੋੜ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਅਗਾਂਹ ਨੂੰ ਤੁਰ ਪਏ ਹਨ। ਸਿਆੰਦਨ ਮਾਤਨ ਆਵਤ ਨਾਲੇ ਮਾਤਾ ਨਾਨਕੀ ਜੀ ਰੱਥ ਵਿੱਚ ਹਨ ਤੇ ਮਾਤਾ ਗੁਜਰੀ ਜੀ ਡੋਲੇ ਵਿੱਚ ਸਵਾਰ ਹਨ। ਅਪਰ ਬਹੀਰ ਸਕਲ ਚਲ ਆਵਾ ਹੋਰ ਵੀ ਸਾਰਾ ਵਹੀਰ ਤੁਰਿਆ ਆਉਂਦਾ ਹੈ। ਨਵੋ ਸਮਾਜ ਸਮੂਹ ਬਨਾਵਾ ਬਹੁਤ ਸਾਰਾ ਹੀ ਸਾਜੋ ਸਮਾਨ ਨਵਾਂ ਬਣਿਆ ਹੈ ਕਿਉਂਕਿ ਕਾਂਸ਼ੀ 'ਚ ਸਾਰਾ ਪਿਛਲਾ ਸਮਾਨ ਪੰਡਤਾਂ ਨੂੰ ਦਾਨ ਕਰ ਦਿੱਤਾ ਸੀ। ਕਾਂਸ਼ੀ ਦੇ ਲੋਕਾਂ ਨੇ ਫਿਰ ਗੁਰੂ ਸਾਹਿਬ ਨੂੰ ਉਸ ਤੋਂ ਵੀ ਦੁੱਗਣਾ ਵਧੀਆ ਸਮਾਨ ਤਿਆਰ ਕਰਕੇ ਦੇ ਦਿੱਤਾ ਸੀ। ਗੱਡੇ ਰੱਥ ਰੇੜੇ ਘੋੜੇ ਖੱਚਰਾਂ ਜੋ ਵੀ ਭਾਰ ਬਰਦਾਰੀ ਦਾ ਸਮਾਨ ਸਾਰਾ ਬੰਦੋਬਸਤ ਕਰਕੇ ਦਿੱਤਾ ਸੀ। ਇਸੀ ਰੀਤ ਮਾਰਗ ਮਹਿ ਚਲੇ ਇਸ ਤਰ੍ਹਾਂ ਸ੍ਰੀ ਕਲਗੀਧਰ ਮਹਾਰਾਜ ਜੀ ਕਾਂਸ਼ੀ ਤੋਂ ਚੱਲੇ ਆ ਰਹੇ ਨੇ ਪੰਜਾਬ ਵੱਲ। ਕਰਤ ਅਨੇਕ ਬਿਲਾਸਨ ਭਲੇ ਰਸਤੇ 'ਚ ਅਨੇਕਾਂ ਹੀ ਕੌਤਕ ਕਰਦੇ ਆ ਰਹੇ ਨੇ ਪਾਤਸ਼ਾਹ ਜੀ। ਡੇਰਾ ਠਿਕ ਹੈ ਭਾਨ ਕੇ ਢਰੇ ਜਦੋਂ ਸੂਰਜ ਛਿਪਦਾ ਹੈ ਰਹਿ ਰਾਸ ਦਾ ਟਾਈਮ ਹੁੰਦਾ ਗੁਰੂ ਜੀ ਉਸ ਵੇਲੇ ਕਿਤੇ ਡੇਰਾ ਕਰ ਲੈਂਦੇ ਨੇ, ਰੁਕ ਜਾਂਦੇ ਨੇ। ਗੁਰ ਆਗਮਨ ਜੇ ਸੁਨਬੋ ਕਰੇ ਜਿਹੜਾ ਵੀ ਗੁਰੂ ਸਾਹਿਬ ਦਾ ਆਉਣਾ ਉਸ ਇਲਾਕੇ 'ਚ ਸੁਣਦਾ ਜਿੱਥੇ ਗੁਰੂ ਜੀ ਆਏ ਹੁੰਦੇ ਨੇ
ਸਾਰੇ ਲੋਕ ਆ ਕੇ ਦਰਸ਼ਨ ਕਰਦੇ ਨੇ। ਜਨ ਸਿੱਖਿਅਨ ਕੋ ਨਵ ਨਿਧ ਪਾਵੈ। ਮਾਨੋ ਸਿੱਖਾਂ ਨੂੰ 9 ਨਿਧੀਆਂ ਤੇ 18 ਸਿੱਧੀਆਂ ਮਿਲ ਜਾਂਦੀਆਂ ਨੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਘਰ ਆ ਬੈਠਦੇ ਨੇ। ਆਨੰਦ ਧਾਰ ਧਾਏ ਟਿਗ ਆਵੈ। ਬੜੇ ਆਨੰਦ ਨਾਲ ਆਉਂਦੇ ਨੇ, ਦਰਸ਼ਨ ਕਰਦੇ ਨੇ। ਆਚਕ ਗੁਰ ਦਰਸ਼ਨ ਹਮ ਪਾਵਤ। ਕਹਿੰਦੇ ਅਚਾਨਕ ਹੀ ਸਾਨੂੰ ਗੁਰੂ ਦੇ ਦਰਸ਼ਨ ਹੋ ਗਏ, ਸਾਡੇ ਭਾਗ ਜਾਗ ਪਏ, ਸਾਡੀ ਕਿਸਮਤ ਜਾਗ ਪਈ ਵੀ ਮਹਾਰਾਜ ਸਾਡੇ ਘਰ ਆਏ ਹਨ। ਜਿਨ ਹਿਤ ਕੋਸ ਹਜ਼ਾਰ ਸਦਾਵਤ। ਜਿਨ੍ਹਾਂ ਦੇ ਦਰਸ਼ਨ ਕਰਨ ਲਈ ਪੰਜਾਬ ਜਾਣਾ ਪੈਂਦਾ ਸੀ, ਹਜ਼ਾਰਾਂ ਮੀਲ ਦੂਰ ਜਾਣਾ ਪੈਂਦਾ ਸੀ, ਉਹ ਗੰਗਾ ਘਰ ਹੀ ਆ ਗਈ ਹੈ। ਗੁਰੂ ਸਾਹਿਬ ਘਰ ਹੀ ਆ ਦਰਸ਼ਨ ਦਿੱਤੇ ਹਨ। ਇਲਾਕੇ ਦੇ ਲੋਕ ਬੜੇ ਖੁਸ਼ ਹੁੰਦੇ ਹਨ। ਮਾਰਥਲ ਮਹਿਜਿਮ ਪਾਵਤ ਮੇਵਾ। ਕਹਿੰਦੇ ਜਿਵੇਂ ਮਾਰੂਥਲ ਵਿੱਚ ਮੇਵੇ ਮਿਲ ਜਾਣ ਕਿਸੇ ਨੂੰ, ਮਾਰੂਥਲ ਵਿੱਚ ਤਾਂ ਸਾਧ ਸੰਗਤ ਜੀ ਰੇਤਾ ਹੀ ਹੁੰਦਾ, ਉੱਥੇ ਕੀ ਪੈਦਾ ਹੋਣਾ। ਪਰ ਜੇ ਉੱਥੇ ਮੇਵੇ ਬਦਾਮ ਕਾਜੂ ਮਿਲ ਜਾਣ ਖਾਣ ਨੂੰ, ਤਿਮ ਇਤ ਦੇਸ਼ ਦਰਸ ਗੁਰਦੇਵਾ। ਇੱਦਾਂ ਸਾਡੇ ਮਾਰੂਥਲ ਦੇਸ਼ ਵਿੱਚ, ਯੂਪੀ ਬਿਹਾਰ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਸਾਨੂੰ ਘਰਾਂ 'ਚ ਬੈਠਿਆਂ ਹੋ ਰਹੇ ਨੇ। ਸਾਡੀ ਕਿਸਮਤ ਚੰਗੀ ਹੈ, ਸਾਡੇ ਭਾਗ ਚੰਗੇ ਹਨ। ਉੱਤਰ ਪ੍ਰਦੇਸ਼ ਦੇ ਲੋਕ, ਯੂਪੀ ਦੇ ਲੋਕ ਮਹਾਰਾਜ ਦੇ ਆਉਣ 'ਤੇ ਬੜੀਆਂ ਖੁਸ਼ੀਆਂ ਮਨਾਉਂਦੇ ਹਨ। ਲੈ ਲੈ ਅਨਕ ਅਕੋਰਣ ਮਿਲੈ। ਬੜੀਆਂ ਵਧੀਆ ਵਧੀਆ ਭੇਟਾਵਾਂ ਲੈ ਕੇ ਮਿਲਦੇ ਨੇ। ਸ਼ਰਧਾਵਾਨ ਲੋਕ ਹੁੰਦੇ ਸਨ ਸਾਧ ਸੰਗਤ ਜੀ, ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਣ। ਲੋਕਾਂ ਦੇ ਮਨ 'ਚ ਮਹਾਂਪੁਰਸ਼ਾਂ ਦਾ, ਗੁਰੂਆਂ ਦਾ, ਸੰਤਾਂ ਭਗਤਾਂ ਦਾ ਸਤਿਕਾਰ ਹੁੰਦਾ ਸੀ। ਧਰਮ ਦੀ ਮੁੱਢਲੀ ਸਿੱਖਿਆ ਹੀ ਇਹ ਸੀ ਬਈ ਪਹਿਲੇ ਨੰਬਰ 'ਤੇ ਮਹਾਂਪੁਰਸ਼ਾਂ ਦਾ ਸਤਿਕਾਰ ਕਰੋ। ਜਿਹੜੀ ਕੌਮ ਆਪਣੇ ਮਹਾਂਪੁਰਸ਼ਾਂ ਦਾ, ਗੁਰੂਆਂ ਦਾ, ਸੰਤਾਂ ਦਾ, ਭਗਤਾਂ ਦਾ ਸਤਿਕਾਰ ਕਰਨਾ ਭੁੱਲ ਜਾਂਦੀ ਹੈ, ਉਸ ਕੌਮ ਦੇ ਵਿੱਚੋਂ ਧਰਮ ਦੀ ਅੰਸ਼ ਅਲੋਪ ਹੋ ਜਾਂਦੀ ਹੈ। ਸੋ ਉਸ ਵੇਲੇ ਵਾਤਾਵਰਨ ਇੱਦਾਂ ਦਾ ਸੀ, ਕੋਈ ਵੀ ਮਹਾਂਪੁਰਸ਼ ਸਾਧੂ ਸੰਤ ਆਉਂਦਾ ਸੀ, ਲੋਕ ਉਹਦੀ ਸੇਵਾ ਕਰਦੇ ਸੀ, ਉਹਦੇ ਕੋਲ ਬਹਿੰਦੇ ਸੀ, ਕੋਈ ਚੰਗੇ ਬਚਨ ਸੁਣਦੇ ਸੀ, ਕੋਈ ਸਿੱਖਦੇ ਸੀ। ਅੱਜ ਕੱਲ੍ਹ ਪਹਿਲੀ ਗੱਲ ਤਾਂ ਕੋਈ ਮਹਾਂਪੁਰਸ਼ ਆਉਂਦਾ ਨਹੀਂ। ਜੇ ਆ ਵੀ ਜਾਵੇ ਤਾਂ ਉਹਨੂੰ ਲੋਕ ਦੇਖਦੇ ਨੇ ਕਿਹੜੀ ਸੰਪਰਦਾ ਦਾ ਹੈ, ਕਿਹੜੇ ਧਰਮ ਦਾ ਹੈ, ਕਿੱਦਾਂ ਦੇ ਕੱਪੜੇ ਪਾਏ ਨੇ, ਕਿੱਦਾਂ ਦਾ ਇਹਦਾ ਵਿਚਾਰ ਹੈ, ਉਹ ਬਾਹਰੋਂ ਦੇਖਦੇ ਨੇ। ਜਦੋਂ ਕਿ ਮਹਾਂਪੁਰਸ਼ ਤਾਂ ਅੰਦਰਲੀ ਰੂਹਾਨੀ ਤੌਰ 'ਤੇ ਹੁੰਦੇ ਨੇ, ਅਤੇ ਰੂਹਾਨੀ ਤੌਰ 'ਤੇ ਬਾਹਰਲੇ ਭੇਖ ਦਾ ਕੋਈ ਅਸਰ ਨਹੀਂ ਹੁੰਦਾ। ਕਲਗੀਧਰ ਪਾਤਸ਼ਾਹ ਤਾਂ ਸਾਰੀ ਦੁਨੀਆ ਦੇ ਗੁਰੂ ਸੀਗੇ। ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਵੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ। ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਵੋ। ਅਤੇ ਸਤਿਗੁਰਾਂ ਦੇ ਕੋਲ ਸਾਰੀ ਦੁਨੀਆ ਹੀ ਆਉਂਦੀ। ਉੱਥੇ ਜਿੱਥੇ ਮਹਾਰਾਜ ਜਾਂਦੇ ਨੇ ਮੇਲਾ ਹੀ ਲੱਗ ਜਾਂਦਾ ਹੈ। ਇੱਕ ਦੋਏ ਮੰਜ਼ਲ ਕਿਤਕ ਸੰਗ ਚਲੈ। ਉਹ ਲੋਕ ਜਿਹੜੇ ਨੇ ਕਿੰਨੇ ਪ੍ਰੇਮੀ ਨੇ, ਇੱਕ ਮੰਜ਼ਿਲ ਅੱਗੋਂ ਦੀ ਲੈਣ ਜਾਂਦੇ ਨੇ, ਇੱਕ ਮੰਜ਼ਿਲ ਛੱਡਣ ਜਾਂਦੇ ਨੇ। ਜੇ ਮੰਨ ਲਓ ਉਹਨਾਂ ਨੂੰ ਪਤਾ ਵੀ ਗੁਰੂ ਸਾਹਿਬ ਆ ਰਹੇ ਨੇ, ਅਤੇ ਅੱਗੋਂ ਦੀ ਜਾ ਕੇ 2-4 ਮੀਲ 10 ਮੀਲ ਅੱਗੋਂ ਦੀ ਮਿਲਦੇ ਨੇ, ਫਿਰ ਆਪਣੇ ਕੋਲ ਰੱਖਦੇ ਨੇ, ਰਾਤ 2 ਰਾਤਾਂ ਰਹਿ ਕੇ ਸੇਵਾ ਕਰਦੇ ਨੇ। ਫਿਰ ਜਦੋਂ ਮਹਾਰਾਜ ਜਾਂਦੇ ਨੇ ਤੇ ਮਹਾਰਾਜ ਨੂੰ ਅਗਲੇ ਪਿੰਡ ਤਾਈਂ ਛੱਡਣ ਜਾਂਦੇ ਨੇ। ਹਾਂਜੀ, ਵਿਵਿਧ ਬਿਦਨ ਕੀ ਸੇਵਾ ਠਾਨ ਹੈ। ਅਨੇਕਾਂ ਪ੍ਰਕਾਰ ਦੀ ਸੇਵਾ ਉਹ ਪ੍ਰੇਮੀ ਲੋਕ ਕਰਦੇ ਨੇ। ਅੰਨ ਦਗਦਦ ਕ੍ਰਿਤ ਕੋ ਅੰਨ ਹੈ। ਉਸ ਵੇਲੇ ਸੇਵਾ ਹੀ ਹੁੰਦੀ ਸੀ, ਦਹੀਂ ਦੁੱਧ ਲਿਆਣਾ, ਤਾਜ਼ਾ ਦੁੱਧ ਚੋ ਕੇ ਲਿਆਉਂਦੇ ਨੇ ਮੱਝਾਂ ਦਾ, ਗਾਵਾਂ ਦਾ, ਔਰ ਦਹੀਂ ਲੈ ਕੇ ਆਉਂਦੇ ਨੇ। ਸੰਗਤ ਲੱਸੀ ਪੀਵੇਗੀ, ਮੱਖਣ ਛਕੇਗੀ, ਦਹੀਂ ਛਕੇਗੀ ਸੰਗਤ ਮਹਾਰਾਜ ਦੇ ਨਾਲ। ਦਹੀਂ ਦੇ ਘੜੇ ਭਰ ਕੇ, ਦੁੱਧ ਦੇ ਘੜੇ ਭਰ ਕੇ, ਆਟਾ, ਦਾਲ, ਸਬਜ਼ੀਆਂ ਤਾਜ਼ੀਆਂ ਲੈ ਕੇ ਆਉਂਦੇ ਨੇ। ਇਮਹੀ ਸਗਰੇ ਮਾਰਗ ਆਏ। ਇਸ ਤਰ੍ਹਾਂ ਗੁਰੂ ਸਾਹਿਬ ਸਾਰਾ ਪਿੰਡ ਤੈਅ ਕੀਤਾ ਹੈ ਪੰਜਾਬ ਵੱਲ ਆਉਂਦਿਆਂ ਹੋਇਆਂ। ਪਰ ਹੈ ਕਾਮਨਾ ਜਨ ਸਮੁਦਾਏ। ਜਿੱਥੇ ਜਿੱਥੇ ਗੁਰੂ ਸਾਹਿਬ ਰੁਕਦੇ ਰਹੇ ਨੇ, ਉੱਥੋਂ ਦੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਆਏ ਨੇ। ਸਭ ਦੇ ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਕਰਕੇ ਕਾਰਜ ਰਾਸ ਕਰਦੇ ਆਏ ਨੇ। ਰਾਮਚੰਦ ਕੀ ਨਗਰੀ ਆਦ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਨਾਰਸ ਤੋਂ ਚੱਲ ਕੇ ਹੁਣ ਕਿੱਥੇ ਮੇਨ ਸਥਾਨ ਆਇਆ? ਅਯੁੱਧਿਆ। ਸ੍ਰੀ ਰਾਮਚੰਦਰ ਜੀ ਮਹਾਰਾਜ ਦੀ ਜਿਹੜੀ ਜਨਮ ਭੂਮੀ ਹੈ, ਜਿਹੜੀ ਸ੍ਰੀ ਰਾਮਚੰਦਰ ਜੀ ਦੀ ਰਾਜਧਾਨੀ ਹੈ। ਛਤਰੀ ਲੋਕ ਰਾਜੇ, ਸਾਧ ਸੰਗਤ ਜੀ, ਸੂਰਜਵੰਸ਼ੀ ਰਾਜਿਆਂ ਦਾ, ਇਖਵਾਕ ਰਾਜੇ ਦਾ ਵੰਸ਼ ਇੱਥੇ ਚੱਲਿਆ ਸੀ, ਜਿਹਦੇ ਵਿੱਚ ਬੜੇ ਬੜੇ ਮਹਾਂਪੁਰਸ਼ ਪ੍ਰਤਾਪੀ ਰਾਜੇ ਹੋਏ ਨੇ। ਦਲੀਪ ਵਰਗੇ, ਮਾਨਧਾਤਾ ਵਰਗੇ, ਰਾਜਾ ਸਗਰ ਵਰਗੇ,
ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਰਾਜਾ ਅੱਜ ਉਹਦਾ ਪੁੱਤਰ ਦਸ਼ਰਥ ਤੇ ਦਸ਼ਰਥ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਹੋਏ ਨੇ। ਬਸੇ ਜਹਾਂ ਬਹ ਬੀਤੀ ਆਦ। ਜਿੱਥੇ ਸਾਰੀ ਉਮਰ ਉਹਨਾਂ ਨੇ ਰਾਜ ਕੀਤਾ ਹੈ, ਜਨਮ ਵੀ ਉੱਥੇ ਹੋਇਆ। ਕਈ ਮਾਤਾ ਨੇ, ਮਤਰੇਈ ਮਾਂ ਨੇ 14 ਸਾਲ ਦਾ ਬਨਵਾਸ ਦਵਾ ਦਿੱਤਾ। ਆਪਣੀ ਧਰਮ ਪਤਨੀ ਸੀਤਾ ਅਤੇ ਛੋਟੇ ਭਰਾ ਲక్ష్మణ ਸਮੇਤ 14 ਸਾਲ ਦਾ ਬਨਵਾਸ ਕੱਟ ਕੇ ਫਿਰ ਉੱਥੇ ਆਏ, ਫਿਰ ਉੱਥੇ ਰਾਜ ਕੀਤਾ। ਸੋ ਸ੍ਰੀ ਰਾਮ ਚੰਦਰ ਜੀ ਦੀ ਨਗਰੀ ਜੋ ਅਯੁੱਧਿਆ ਹੈ, ਪਾਵਨਤਾ ਕੀ ਆਦ ਮਨੋ ਹੈ। ਇਹ ਮਾਨੋ ਪਵਿੱਤਰਤਾ ਦੀ ਹੱਦ ਹੈ ਇੱਥੇ, ਕਿਉਂਕਿ ਧਰਮ ਦਾ ਅੰਸ਼ ਚੱਲਿਆ ਆਇਆ। ਲੋਕ ਧਾਰਮਿਕ ਸਨ, ਖਿਆਲ ਚੰਗੇ ਸਨ, ਪਵਿੱਤਰਤਾ ਇਹਨਾਂ ਲੋਕਾਂ ਵਿੱਚ ਸੀ। ਹਾਂਜੀ, ਨਰ ਨਾਰਣ ਕੋ ਬਾਸ ਕਨੋ ਹੈ। ਚੰਗੇ ਧਰਮੀ ਲੋਕ ਇੱਥੇ ਬਸਦੇ ਸਨ। ਤਿਸ ਪਰ ਮੈਂ ਸਤਿਗੁਰੂ ਪ੍ਰਵੇਸ਼ੇ। ਉਸ ਅਯੁੱਧਿਆ ਨਗਰੀ ਵਿੱਚ ਸ੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਆ ਪਹੁੰਚੇ ਹਨ। ਸੁਧ ਕੋ ਸੁਨ ਸੁਨ ਸਿੱਖ ਅਸ਼ੇਸ਼ੇ। ਔਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਆਏ ਨੇ, ਅਯੁੱਧਿਆ ਦੇ ਸਿੱਖ ਕਈ ਮੀਲ ਅੱਗੋਂ ਦੀ ਲੈਣ ਗਏ ਹਨ। ਤਾਏ ਤਾਏ ਸਭ ਆਨ ਮਿਲੇ ਹਨ। ਤੇ ਗੁਰੂ ਸਾਹਿਬ ਨੂੰ ਦੌੜ ਦੌੜ ਕੇ ਮਿਲਦੇ ਹਨ। ਕਰ ਬੰਧਨ ਦੇ ਭੇਟ ਭਲੇ ਹਨ। ਔਰ ਮਹਾਰਾਜ ਨੂੰ ਨਮਸਕਾਰਾਂ ਕਰਕੇ ਮੱਥਾ ਟੇਕ ਕੇ ਭੇਟਾ ਅਰਪਣ ਕਰਦੇ ਹਨ ਸਿੱਖ। ਜੇ ਅਨਜਾਨ ਸਬੂਝਹ ਆਪੀ। ਜਿਹੜੇ ਨਹੀਂ ਸੀ ਜਾਣਦੇ, ਜਿਨ੍ਹਾਂ ਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਬਾਰੇ, ਸਾਰਿਆਂ ਨੂੰ ਨਹੀਂ ਨਾ ਪਤਾ ਹੁੰਦਾ। ਕਈ ਤਾਂ ਜਾਣਕਾਰ ਸੀਗੇ, ਉਹ ਤਾਂ ਅੱਗੋਂ ਦੀ ਲੈਣ ਗਏ। ਉਹਨਾਂ ਨੇ ਤਾਂ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਸਾਹਿਬ ਨੂੰ ਜੀ ਆਇਆਂ ਕਿਹਾ ਅਯੁੱਧਿਆ ਦੇ ਵਿੱਚ। ਤੇ ਕਈ ਲੋਕ ਐਸੇ ਸੀ ਅਯੁੱਧਿਆ ਵਿੱਚ ਜਿਨ੍ਹਾਂ ਨੂੰ ਅਜੇ ਮਹਾਰਾਜ ਦਾ ਪਤਾ ਨਹੀਂ ਸੀ, ਪਹਿਲੀ ਵਾਰ ਉਹਨਾਂ ਨੇ ਦਰਸ਼ਨ ਕੀਤੇ। ਏਕੋ ਬਾਲਕ ਰੂਪ ਪ੍ਰਤਾਪੀ। ਉਹ ਲੋਕ ਪੁੱਛਦੇ ਨੇ, ਜਾਣੂਆਂ ਤੋਂ ਪੁੱਛਦੇ ਨੇ, ਜਾਣਕਾਰਾਂ ਤੋਂ ਪੁੱਛਦੇ ਨੇ, ਇਹ ਬਾਲਕ ਕੌਣ ਹੈ? ਇਹ ਬੱਚਾ ਇੰਨਾ ਪ੍ਰਤਾਪ ਵਾਲਾ, ਜਿਹਦੇ ਚਿਹਰੇ ਤੇ ਸੂਰਜ ਵਰਗੀ ਰੋਸ਼ਨੀ ਹੈ, ਇਹ ਕੋਈ ਅਵਤਾਰੀ ਪੁਰਸ਼ ਜਾਪਦਾ ਹੈ। ਸੁੰਦਰ ਮੂਰਤ ਦਿਪਹ ਉਦਾਰਾ। ਬੜੀ ਸੁੰਦਰ ਮੂਰਤ ਹੈ, ਤੇਜ ਪ੍ਰਤਾਪ ਬਹੁਤ ਜ਼ਿਆਦਾ ਹੈ। ਜਾਹੋ ਜਲਾਲ ਝੱਲਿਆ ਨਹੀਂ ਜਾਂਦਾ, ਮੱਥੇ ਦੀ ਡਲਕ ਨਹੀਂ ਝੱਲੀ ਜਾਂਦੀ। ਹਾਂਜੀ, ਲਖੀਅਤ ਕਿਸੂ ਦੇਵ ਅਵਤਾਰਾ। ਲੋਕ ਕਹਿੰਦੇ ਨੇ, ਅਯੁੱਧਿਆ ਦੇ ਲੋਕ ਕਹਿੰਦੇ ਨੇ, ਜਾਪਦਾ ਕਿਸੇ ਦੇਵੀ ਦੇਵਤਾ ਦਾ ਕੋਈ ਅਵਤਾਰ ਆਇਆ, ਕੋਈ ਵੱਡੀ ਸ਼ਕਤੀ ਆਈ, ਕੋਈ ਪਰਮਾਤਮਾ ਵੱਲੋਂ। ਇਹ ਕੋਈ ਮਹਾਂਪੁਰਸ਼, ਕੋਈ ਆਮ ਬੱਚਾ ਨਹੀਂ ਹੈ। ਇਹ ਕੋਈ ਰੱਬੀ ਨੂਰ ਹੈ, ਕੋਈ ਅਕਾਲ ਪੁਰਖ ਦੀ ਸ਼ਕਤੀ ਹੈ ਇਹਦੇ ਵਿੱਚ। ਜਿਸ ਤੇ ਨਰਗਨ ਠਾਨ ਅਦਾਇਬ। ਸੋ ਸਾਰੇ ਲੋਕ ਅਦਬ ਕਰ ਰਹੇ ਸਨ, ਝੁਕ ਝੁਕ ਕੇ ਮੱਥਾ ਟੇਕਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਵੀ ਬਾਜ਼ਾਰ 'ਚ ਲੰਘਦੇ ਸਨ, ਸੰਗਤਾਂ ਖਲੋ ਕੇ ਖੜ ਕੇ ਸਤਿਕਾਰ ਕਰਦੀਆਂ ਸਨ। ਬੰਦਹ ਚਰਨ ਕਮਲ ਜਨ ਸਾਹਿਬ। ਔਰ ਚਰਨ ਕਮਲਾਂ ਤੇ ਨਮਸਕਾਰ ਕਰਦੇ ਸਨ ਸਾਰੇ। ਜੇ ਸਿੱਖ ਜਾਣਹ ਤਿਨਹ ਸੁਨਾਵਹ। ਜਿਹੜੇ ਸਿੱਖ ਜਾਣਕਾਰ, ਗੁਰੂ ਦੇ ਪਿਆਰ ਵਾਲੇ, ਉਹ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਅਣਜਾਣ ਲੋਕਾਂ ਨੂੰ ਦੱਸਦੇ, ਭਾਈ ਇਹ ਬਾਲਕ ਸੱਚੀ ਮੁੱਚੀ ਅਵਤਾਰੀ ਪੁਰਸ਼ ਹੈ। ਇਹ ਸਤਿਗੁਰ ਕੇ ਪੁੱਤਰ ਸੁਹਾਵ ਹੈ। ਇਹ ਗੁਰੂਆਂ ਦੇ ਪੁੱਤਰ ਹਨ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ। ਸ੍ਰੀ ਗੁਰੂ ਰਾਮਦਾਸ ਕੀ ਬੰਸ। ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਬੰਸ ਹੈ। ਸੋਢੀ ਪਾਤਸ਼ਾਹ ਬੈਠਾ, ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਅੰਸ਼ ਬੰਸ ਵਿੱਚੋਂ ਹਨ। ਇਹ ਬਿਦ ਤੇ ਸੁੰਦਰ ਅਵਤਾਂਸ਼। ਇਹ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੋਏ ਹਨ। ਇਹਨਾਂ ਦੀ ਬੜੀ ਵੱਡੀ ਮਹਿਮਾ ਹੈ। ਹਰਿ ਗੋਬਿੰਦ ਸ਼੍ਰੀ ਅਰਜਨ ਨੰਦਨ। ਗੁਰੂ ਰਾਮਦਾਸ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ। ਜਿਨਹੁ ਤੁਰਕ ਗਨ ਕੀਨ ਨਿਕੰਦਨ। 6ਵੇਂ ਪਾਤਸ਼ਾਹ ਬੜੇ ਯੋਧੇ ਸਨ, ਜਿਨ੍ਹਾਂ ਨੇ ਤੁਰਕਾਂ ਦੇ ਦੰਦ ਖੱਟੇ ਕਰ ਦਿੱਤੇ। ਤਿਨਕੇ ਸਤ ਸ਼੍ਰੀ ਤੇਗ ਬਹਾਦਰ। ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਹਨ। ਜਿਨ ਪਗ ਪੂਜਹ ਬਹੁ ਜਗ ਸਾਦਰ। ਜਿਨ੍ਹਾਂ ਦੇ ਚਰਨਾਂ ਤੇ ਸਾਰੀ ਦੁਨੀਆ ਹੀ ਮੱਥੇ ਟੇਕਦੀ ਹੈ, ਨਮਸਕਾਰਾਂ ਕਰਦੀ ਹੈ। ਸੋ ਪੂਰਬ ਕੀ ਦਿਸ਼ ਚਲ ਆਏ। ਸ੍ਰੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ
ਪੰਜਾਬ ਦੇਸ਼ ਤੋਂ ਚੱਲ ਕੇ ਇਧਰ ਪੂਰਬ ਵਾਲੇ ਪਾਸੇ ਆਏ ਸਨ। ਤਿਨਕੇ ਸਤਿ ਸ਼੍ਰੀ ਗੁਜਰੀ ਜਾਏ। ਉਹਨਾਂ ਦੇ ਪੁੱਤਰ ਇਹ ਹਨ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ। ਇਹਨਾਂ ਦੀ ਮਾਂ ਦਾ ਨਾਮ ਮਾਤਾ ਗੁਜਰੀ ਹੈ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਅਬ ਨਿਜ ਦੇਸ਼ ਪੰਜਾਬ ਸਿਧਾਰਾ। ਇਹ ਹੁਣ ਆਪਣੇ ਦੇਸ਼ ਪੰਜਾਬ ਨੂੰ ਜਾ ਰਹੇ ਹਨ। ਜਨਮ ਇਹਨਾਂ ਦਾ ਪਟਨੇ ਦਾ ਹੈ, ਪਰ ਇਹਨਾਂ ਨੇ ਡੇਰੇ ਆਨੰਦਪੁਰ ਚ ਲਾਣੇ ਹਨ। ਸੁਨ ਸੁਨ ਨਰਗਨ ਆਨੰਦ ਧਾਰਾ। ਕਹਿੰਦੇ ਜਿਹੜੇ ਬੰਦੇ ਨਹੀਂ ਸੀ ਜਾਣਦੇ, ਜਦੋਂ ਉਹਨਾਂ ਨੇ ਗੁਰੂ ਕਲਗੀਧਰ ਦਾ ਨਾਂ ਸੁਣਿਆ, ਗੁਰੂ ਸਾਹਿਬ ਬਾਰੇ ਪਤਾ ਲੱਗਾ ਵੀ ਬੜੇ ਉੱਚੇ ਕੁਲ ਵਿੱਚੋਂ ਹਨ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਤੀ ਹਨ, ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਹਨ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਹਨ, ਤਾਂ ਸਾਰਿਆਂ ਨੇ ਸਵਾਗਤ ਕੀਤਾ ਹੈ। ਕੋ ਕਰ ਜੋਰਤ ਸੀਸ ਨਿਆਵੈ ਹੈ। ਕੋਈ ਹੱਥ ਜੋੜ ਕੇ ਮੱਥਾ ਟੇਕਦਾ ਹੈ। ਕੋ ਧਰ ਚੌਪ ਅਕੋਰ ਚੜਾਵੈ ਹੈ। ਕੋਈ ਉਤਸ਼ਾਹ ਨਾਲ ਭੇਟਾ ਅਰਪਣ ਕਰਦਾ ਹੈ। ਕਿਰਪਾ ਦ੍ਰਿਸ਼ਟ ਕੋ ਦੇਖਤ ਭਲੇ। ਸਤਿਗੁਰੂ ਸਭ ਵੱਲ ਮਿਹਰ ਦੀ ਨਿਗਾਹ ਕਰਦੇ ਹਨ। ਪੁਰ ਬਾਜ਼ਾਰ ਗਲੀਆਂ ਮਹਿ ਚੱਲੇ। ਬਾਜ਼ਾਰਾਂ ਗਲੀਆਂ ਵਿੱਚ ਸੱਚੇ ਪਾਤਸ਼ਾਹ ਮਿਹਰਾਂ ਦਾ ਮੀਂਹ ਵਰਸਾਈ ਜਾਂਦੇ ਹਨ। ਅਯੁੱਧਿਆ ਨਗਰੀ ਨੂੰ ਧਾਰੀ ਜਾਂਦੇ ਹਨ। ਵਹਿਰ ਕਰਿਓ ਡੇਰਾ ਸ਼ੁਭ ਥਾਨ। ਔਰ ਸਾਧ ਸੰਗਤ ਜੀ ਖੁੱਲੀ ਥਾਂ ਤੇ ਡੇਰਾ ਕੀਤਾ ਹੈ। ਅੱਜ ਕੱਲ੍ਹ ਉਹ ਗੁਰਦੁਆਰਾ ਸਾਹਿਬ ਬਣ ਗਿਆ ਹੈ। ਆ ਜਿਹੜੇ ਬਾਬਾ ਰਾਮ ਸਿੰਘ ਜੀ ਕਰਨਾਲ ਸਿੰਘੜੇ ਵਾਲੇ ਕਾ ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਦਿੱਲੀ ਦੇ ਕਿਸਾਨ ਮੋਰਚੇ 'ਚ ਸ਼ਹੀਦੀ ਪਾ ਗਏ ਸਨ। ਥੋੜ੍ਹੇ ਦਿਨ ਪਹਿਲਾਂ ਆਪਾਂ ਸੁਣਿਆ ਹੀ ਹੈ ਵੀ ਉਹਨਾਂ ਨੇ ਨੋਟਿਸ ਦੇ ਕੇ ਵੀ ਮੈਂ ਕਿਸਾਨਾਂ ਦਾ ਦੁੱਖ ਨਹੀਂ ਦੇਖ ਸਕਦਾ ਅਤੇ ਆਪਣੀ ਆਹੂਤੀ ਦੇ ਦਿੱਤੀ। ਉਹ ਮਹਾਂਪੁਰਸ਼ ਅਯੁੱਧਿਆ ਵਾਲੇ ਗੁਰਦੁਆਰੇ ਦਾ ਪ੍ਰਬੰਧ ਕਰਿਆ ਕਰਦੇ ਸੀ। ਉਹਨਾਂ ਨੇ ਦਾਸ ਨੂੰ ਕਈ ਵਾਰੀ ਕਿਹਾ, ਗਿਆਨੀ ਜੀ ਤੁਹਾਨੂੰ ਅਯੁੱਧਿਆ ਲੈ ਕੇ ਜਾਣਾ, ਉੱਥੇ ਵੀ ਕਥਾ ਕਰਾਉਣੀ ਹੈ, ਪਰ ਮਹਾਂਪੁਰਸ਼ਾਂ ਦੇ ਨਾਲ ਜਾਣ ਦਾ ਮੌਕਾ ਨਹੀਂ ਮਿਲਿਆ। ਹੁਣ ਕਿ ਪਤਾ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਦੋਂ ਦਰਸ਼ਨ ਕਰਾਉਣੇ, ਪਰ ਉੱਥੇ ਅਸਥਾਨ ਗੁਰਦੁਆਰਾ ਹੈ 10ਵੀਂ ਪਾਤਸ਼ਾਹੀ ਦਾ ਅਤੇ ਪਹਿਲੀ ਪਾਤਸ਼ਾਹੀ ਦਾ ਅਯੁੱਧਿਆ ਵਿੱਚ। ਸ੍ਰੀ ਗੁਰੂ ਕਲਗੀਧਰ ਜੀ ਖੁੱਲ੍ਹੇ ਥਾਂ 'ਤੇ ਜਿੱਥੇ ਉਹਨਾਂ ਦੀ ਫੌਜ, ਉਹਨਾਂ ਦੀ ਸੰਗਤ, ਉਹਨਾਂ ਦੇ ਰੱਥ ਗੱਡੇ ਰੇੜੇ ਰੁਕ ਸਕਦੇ ਸਨ, ਉੱਥੇ ਪਾਤਸ਼ਾਹ ਜੀ ਨੇ ਪੜਾਅ ਕੀਤਾ ਹੈ। ਉਤਰ ਪਰੇ ਸਤਿਗੁਰ ਭਗਵਾਨ। ਸਤਿਗੁਰੂ ਮਹਾਰਾਜ ਕਲਗੀਧਰ ਪਿਤਾ ਜੀ ਉੱਥੇ ਅਯੁੱਧਿਆ ਵਿੱਚ ਉਤਰੇ ਹਨ। ਰਚਰ ਭਰਿਅੰਕ ਪੀਠ ਪਰ ਬੈਠੇ। ਬੜਾ ਸੁੰਦਰ ਪਲੰਗ ਜਿਹਦੇ ਉੱਤੇ ਪਾਤਸ਼ਾਹ ਜੀ ਬੈਠੇ ਹਨ। ਤਹ ਕੇ ਸਿੱਖ ਗਨ ਹੋਏ ਇਕੱਠੇ। ਔਰ ਸਾਧ ਸੰਗਤ ਜੀ ਅਯੁੱਧਿਆ ਦੇ ਸਿੱਖ ਸਾਰੇ ਇਕੱਠੇ ਹੋ ਕੇ ਆਏ ਹਨ। ਸਭ ਸੇਵਾ ਹਿਤ ਚੱਲ ਕਰ ਆਏ। ਅਯੁੱਧਿਆ ਦੇ ਸਿੱਖ ਸੇਵਾ 'ਚ ਤਤਪਰ ਹੋ ਗਏ ਨੇ, ਹੱਥ ਜੋੜ ਕੇ ਖੜ ਗਏ ਨੇ, ਬੜੇ ਪ੍ਰੇਮ ਨਾਲ ਸੇਵਾ ਕਰਦੇ ਨੇ। ਚਾਵਰ ਚੂਨ ਘ੍ਰਿਤਾ ਦਿਖ ਲਿਆਏ। ਕੋਈ ਚਾਵਲ ਲੈ ਕੇ ਆਇਆ, ਕੋਈ ਆਟਾ ਤੇ ਕੋਈ ਘਿਓ ਲਿਆਇਆ ਹੈ। ਤ੍ਰਿਣਦਾਨਾ ਕਰ ਬਹੁਤ ਬਟੋਰਾ। ਘੋੜਿਆਂ ਵਾਸਤੇ ਘਾਹ ਪੱਠੇ ਦਾ ਵੀ ਬਹੁਤ ਵੱਡਾ ਬੰਦੋਬਸਤ ਉਹਨਾਂ ਅਯੁੱਧਿਆ ਦੇ ਸਿੱਖਾਂ ਨੇ ਕੀਤਾ ਹੈ। ਬੰਦੇ ਚਰਨ ਕਮਲ ਕਰ ਜੋਰਾ। ਤੇ ਗੁਰੂ ਸਾਹਿਬ ਦੇ ਚਰਨ ਕਮਲਾਂ 'ਚ ਭੇਟਾ ਰੱਖ ਕੇ ਮੱਥੇ ਟੇਕੇ ਹਨ। ਕੁਸ਼ਲ ਪ੍ਰਸ਼ਨ ਸੰਗਤ ਪ੍ਰਤ ਕੀਨਾ। ਮਹਾਰਾਜ ਨੇ ਅਯੁੱਧਿਆ ਦੇ ਸਿੱਖਾਂ ਦਾ ਹਾਲ ਚਾਲ ਪੁੱਛਿਆ, ਭਾਈ ਤੁਹਾਡੇ ਪਰਿਵਾਰ ਠੀਕ ਨੇ, ਸਰੀਰ ਠੀਕ ਹੈ, ਬਾਣੀ ਪੜ੍ਹਦੇ ਹੋ, ਜੋ ਵੀ ਸੱਚੇ ਪਾਤਸ਼ਾਹ ਜੀ ਨੇ ਸਹੀ ਜਾਣਿਆ ਅਯੁੱਧਿਆ ਦੇ ਸਿੱਖਾਂ ਨੂੰ ਪੁੱਛਿਆ ਹੈ। ਸੁਨ ਆਨੰਦ ਸਭ ਹਿਨ ਕਹਿ ਦੀਨਾ। ਕਹਿਣ ਲੱਗੇ, ਗੁਰੂ ਜੀ ਤੁਹਾਡੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੈ। ਬੈਠੇ ਕਿਤਕ ਕਾਲ ਗੁਰਤੀਰ। ਕੁਝ ਸਮਾਂ ਉਹ ਲੋਕ ਮਹਾਰਾਜ ਦੇ ਕੋਲ ਬੈਠੇ ਰਹੇ ਹਨ। ਭਈ ਆਨ ਕਰ ਦੀਰਘ ਭੀੜ। ਬੜੀ ਭੀੜ ਹੋ ਗਈ, ਸੰਗਤਾਂ ਆ ਗਈਆਂ। ਉੱਥੇ ਪੰਡਤ ਬਾਹਮਣ ਬੜੇ ਹਨ, ਪੁਜਾਰੀ, ਹਿੰਦੂ ਮੁਸਲਮਾਨ ਸਭ। ਗੁਰੂ ਸਾਹਿਬ ਤਾਂ ਸਭ ਦੇ ਸਾਂਝੇ ਸਨ, ਸਾਰੀ ਦੁਨੀਆ ਹੀ ਉੱਥੇ ਇਕੱਠੀ ਹੋ ਗਈ। ਹਰਖਤ ਸਭ ਦਰਸ਼ਨ ਕਹ ਕਰੈ। ਸਾਰੇ ਅਯੁੱਧਿਆ ਵਾਸੀ ਸਤਿਗੁਰੂ ਜੀ ਦੇ ਦਰਸ਼ਨ ਖੁਸ਼ੀ ਖੁਸ਼ੀ ਕਰਦੇ ਹਨ। ਜਥਾ ਸ਼ਕਤ ਭੇਟਨ ਕੋ ਧਰੈ। ਔਰ ਜਥਾ ਸ਼ਕਤ ਗੁਰੂ ਸਾਹਿਬਾਂ ਦੇ ਚਰਨਾਂ 'ਚ ਭੇਟਾ ਰੱਖ ਕੇ ਮੱਥਾ ਟੇਕਦੇ ਹਨ। ਇਤਨੇ ਮਹਿ ਬੰਦਰ ਗਨ ਆਏ। ਇਤਨੇ ਨੂੰ ਸਾਧ ਸੰਗਤ ਜੀ ਹਨੂਮਾਨ ਦੀ ਫੌਜ ਆ ਗਈ। ਬਾਂਦਰ ਅਯੁੱਧਿਆ 'ਚ ਬੜੇ ਹਨ। ਕਹਿੰਦੇ ਜਦੋਂ ਮਹਾਰਾਜ ਬੈਠੇ ਸੀ ਨਾ, ਜਿੱਥੇ ਬੈਠੇ ਸੀ,
ਉੱਥੇ ਬਾਂਦਰਾਂ ਦਾ ਬਹੁਤ ਵੱਡਾ ਝੁੰਡ ਆ ਗਿਆ। तिनको देख प्रभु बिकसाए। ਕਲਗੀਆਂ ਵਾਲੇ ਪਾਤਸ਼ਾਹ ਬਾਂਦਰਾਂ ਨੂੰ ਵੇਖ ਕੇ ਬੜੇ ਖੁਸ਼ ਹੋਏ। निकट हेरबे हेत तमाशा। ਆਪਣੇ ਕੋਲ ਬਾਂਦਰਾਂ ਦਾ ਤਮਾਸ਼ਾ ਵੇਖਣ ਵਾਸਤੇ चने गिरावत भेह तिन पासा। ਮਹਾਰਾਜ ਨੇ ਲਾਂਗਰੀਆਂ ਨੂੰ ਇਸ਼ਾਰਾ ਕੀਤਾ ਵੀ ਭੁੱਜੇ ਹੋਏ ਚਣੇ ਲਿਆ। ਉਹ ਭੁੱਜੇ ਹੋਏ ਚਣੇ ਮਹਾਰਾਜ ਆਪਣੀ ਮੁੱਠੀ 'ਚ ਲੈ ਕੇ ਤੇ ਇਦਾਂ ਬਾਂਦਰਾਂ ਨੂੰ ਸੁੱਟਦੇ ਹਨ ਖੈਬੇ ਹੇਤ ਧਾਏ ਮਿਲ ਗਏ। ਤੇ ਬਾਂਦਰ ਦੌੜ ਦੌੜ ਕੇ ਚਣੇ ਚੱਬਣ ਵਾਸਤੇ ਛੋਲੇ ਖਾਣ ਵਾਸਤੇ ਆਏ ਨੇ। ਕੋ ਆਪਸ ਮਹਿ ਲੜਤੇ ਭਏ। ਤੇ ਕਈ ਬਾਂਦਰ ਤੇ ਆਪਸ 'ਚ ਲੜਨ ਹੀ ਪੈ ਜਾਂਦੇ ਆ ਬਹੁਤ। ਜਦੋਂ ਉਹਨਾਂ ਨੂੰ ਮਿਲਦਾ ਨਹੀਂ ਤਾਂ ਦੂਜੇ ਕੋਲੋਂ ਖੋਹਦੇ ਆ, ਆਪਸ 'ਚ ਚੰਗਾ ਜੰਗ ਕਰਦੇ ਹਨ। ਤਬ ਸਤ ਗੁਰ ਗੁੜ ਕੋ ਮੰਗਵਾਏ। ਫਿਰ ਗੁਰੂ ਸਾਹਿਬ ਨੇ ਆਖਿਆ ਵੀ ਹੁਣ ਗੁੜ ਵੀ ਲੈ ਕੇ ਆਓ। ਪਹਿਲਾਂ ਛੋਲੇ ਪਾਏ ਤੇ ਫਿਰ ਗੁੜ ਗੁਰੂ ਸਾਹਿਬ ਜੀ ਨੇ ਤੋੜ ਕੇ ਰੋੜੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਪਿਖਨ ਲੜਾਈ ਦਿਓ ਧਰਾਏ। ਉਹਨਾਂ ਬਾਂਦਰਾਂ ਦੀ ਲੜਾਈ ਵੇਖਣ ਵਾਸਤੇ ਗੁੜ ਉੱਥੇ ਰੱਖ ਦਿੱਤਾ ਵੀ ਇਹ ਖਾ ਲੈਣ। ਤਬ ਕਪ ਕੂਦ ਭਰੇ ਬਲਵੰਤੇ। ਗੁੜ ਨੂੰ ਵੇਖ ਕੇ ਤਾਂ ਕੁੱਦ ਪਏ, ਫਿਰ ਛਾਲਾਂ ਮਾਰ ਕੇ ਗੁੜ ਦੇ ਆਲੇ ਦੁਆਲੇ ਲੱਗ ਪਏ ਚੀਂ ਚੀਂ ਕਰਨ। ਇੱਕ ਕਾਟ ਤੇ ਇੱਕ ਭੱਜ ਚਲੰਤੇ। ਕਹਿੰਦੇ ਇੱਕ ਦੂਜੀ ਨੂੰ ਕੱਟਦੇ ਨੇ, ਇਹ ਭੱਜ ਜਾਂਦੇ ਨੇ, ਫਿਰ ਮੁੜ ਕੇ ਆਉਂਦੇ ਨੇ। ਉਹ ਜਿਵੇਂ ਤੁਸੀਂ ਵੇਖਿਆ ਹੀ ਹੈ ਕਈ ਵਾਰੀ ਬਾਂਦਰ ਕਰਦੇ ਹੁੰਦੇ ਨੇ, ਟਪੂਸ਼ੀ ਜੀ ਮਾਰ ਕੇ ਪਰਾਂ ਜਾਣਗੇ, ਫਿਰ ਮੁੜ ਕੇ ਆ ਜਾਂਦੇ ਲੈਣ ਵਾਸਤੇ ਆਪਣਾ ਹਿੱਸਾ। ਇੱਕ ਚੀਕਤ ਬੜ ਸ਼ਬਦ ਉਠਾਵੈ। ਏਦਾਂ ਚੀਕਦੇ ਹਨ ਤੇ ਬੜੀਆਂ ਆਵਾਜ਼ਾਂ ਕੱਢਦੇ ਹਨ। ਇੱਕ ਲੜ ਪਰੇ ਛੀਨ ਇੱਕ ਖਾਵੈ। ਕਹਿੰਦੇ ਇੱਕ ਲੜ ਪੈਂਦੇ ਆ ਬਾਂਦਰ ਤੇ ਇੱਕ ਦੂਜੇ ਕੋਲੋਂ ਖੋਹ ਕੇ ਖਾ ਲੈਂਦੇ ਆ। ਦੰਦ ਨਖਨ ਕੇ ਕਰਹ ਪ੍ਰਹਾਰਾ। ਤੇ ਉਹਨਾਂ ਦੇ ਦੰਦ ਬੜੇ ਤਿੱਖੇ ਹੁੰਦੇ ਆ ਤੇ ਨੋਹ ਵੀ ਤਿੱਖੇ ਹੁੰਦੇ, ਇੱਕ ਦੂਜੀ ਨੂੰ ਮਾਰ ਦਿੰਦੇ ਆ। ਨਿਕਸਿਓ ਸ਼੍ਰੋਣਤ ਕਿਸ ਤਿਨ ਫਾਰਾ। ਕਈਆਂ ਦੇ ਵਿੱਚ ਲਹੂ ਨਿਕਲ ਆਇਆ, ਇੰਨੇ ਜ਼ੋਰ ਨਾਲ ਲੜੇ ਆਪਸ ਵਿੱਚ। ਬਦਨ ਨਿਤੰਬ ਲਾਲ ਜਿਨ ਰੰਗ। ਜਿਨ੍ਹਾਂ ਦੇ ਸਾਧ ਸੰਗਤ ਜੀ ਮੂੰਹ ਵੀ ਲਾਲ ਹਨ, ਤਬਲਬਾਜ਼ ਵੀ ਲਾਲ ਹੀ ਹਨ। ਕ੍ਰੋਧਤ ਆਪਸ ਮਹਿ ਕਰ ਜੰਗ। ਤੇ ਕਹਿੰਦੇ ਕ੍ਰੋਧ ਵਿੱਚ ਆਏ ਆਪਸ ਵਿੱਚ ਲੜਦੇ ਹਨ। ਦੇਖ ਦੇਖ ਸ਼੍ਰੀ ਗੁਰ ਬਿਕਸਾਵੈ। ਗੁਰੂ ਕਲਗੀਧਰ ਜੀ ਵੇਖ ਵੇਖ ਕੇ ਬਾਂਦਰਾਂ ਦੀ ਲੜਾਈ ਹੱਸਦੇ ਹਨ। ਮਾਤੁਲ ਸੰਗ ਕਹਿ ਦਿਖਰਾਵੈ। ਕੋਲ ਮਾਮਾ ਕਿਰਪਾਲ ਚੰਦ ਬੈਠਾ। ਮਾਮੇ ਨੂੰ ਕਹਿੰਦੇ ਦੇਖੋ ਮਾਮਾ ਜੀ ਕਿਵੇਂ ਲੜਦੇ ਬਾਂਦਰ। ਦੁਆ ਕਟਕਾ ਲਗ ਪਰਚੇ ਰਹੇ। ਕਹਿੰਦੇ 2 ਘੜੀਆਂ ਲੱਗ 1.5 ਘੰਟਾ ਲਗਭਗ ਇਹੀ ਕੰਮ ਹੁੰਦਾ ਰਿਹਾ। ਇਤ ਉਤ ਵਿਚਰਤ ਪੁਨ ਥਿਰ ਬਹੇ। ਇੱਧਰ ਉੱਧਰ ਵਿਚਰ ਕੇ ਫਿਰ ਆ ਕੇ ਪਲੰਗ ਤੇ ਬੈਠ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜਥਾ ਜੋਗ ਸੰਗਤ ਕੇ ਸਾਥ। ਸਾਰੀ ਸੰਗਤ ਦੇ ਨਾਲ ਯਥਾ ਜੋਗ ਪ੍ਰੇਮ ਦੇ ਬਚਨ ਵੀ ਕਰੀ ਗਏ ਤੇ ਆਪਣੀ ਲੀਲਾ ਵੀ ਕਰਦੇ ਰਹੇ। ਕਿਰਪਾ ਕਰਤ ਬੋਲੇ ਗੁਰਨਾਥ। ਕਿਰਪਾ ਦੇ ਘਰ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਯੁੱਧਿਆ ਵਾਸੀ ਸੰਗਤ ਨੂੰ ਇਹ ਬਚਨ ਕੀਤਾ। ਸੰਧਿਆ ਪਈ ਸੋ ਭੋਜਨ ਭਇਓ। ਮਹਾਰਾਜ ਕਹਿੰਦੇ ਭਾਈ ਸੰਧਿਆ ਹੋਈ ਹੈ, ਲੰਗਰ ਤਿਆਰ ਹੈ, ਛਕ ਕੇ ਜਾਣਾ। ਸੂਪਕਾਰ ਪਰ ਥਾਰਹ ਲਿਓ। ਕਹਿੰਦੇ ਉਧਰੋਂ ਲਾਂਗਰੀ ਨੇ ਲੰਗਰ ਦਾ ਥਾਲ ਭਰ ਕੇ ਗੁਰੂ ਸਾਹਿਬ ਦੇ ਅੱਗੇ ਰੱਖਿਆ, ਭੋਗ ਲਾਇਆ, ਸਤਿਗੁਰੂ ਜੀ ਨੂੰ ਛਕਾਇਆ। ਆਨ ਅਚਾਵਨ ਕਰ ਤ੍ਰਿਪਤਾਏ। ਮਹਾਰਾਜ ਨੂੰ ਲੰਗਰ ਛਕਾਇਆ ਤੇ ਫਿਰ ਸਾਰੀ ਸੰਗਤ ਨੂੰ ਛਕਾਇਆ। ਭਈ ਜਾਮਨੀ ਗੁਰ ਸੁਪਤਾਏ। ਰਾਤ ਨੂੰ ਸੁੱਖ ਨਾਲ ਗੁਰੂ ਸਾਹਿਬ ਇੱਥੇ ਬਿਰਾਜੇ ਹਨ। ਪਹਿਰੂਦਾਰ ਖੜੇ ਹੋਏ ਰਹੇ। ਪਹਿਰੇਦਾਰ ਪਹਿਰੇ ਤੇ ਖੜੇ ਰਹੇ, ਬਾਕੀ ਸਿੱਖ ਸੌਂ ਗਏ। ਸਗਰੀ ਵਸਤ ਸੁਚੇਤੀ ਲਹੇ। ਸਾਰੀ ਚੀਜ਼ ਵਸਤੂ ਦਾ ਸੰਭਾਲ ਜੋ ਰੱਖਣੀ ਹੁੰਦੀ ਹੈ। ਜਦੋਂ ਕੋਈ ਇਸ ਤਰ੍ਹਾਂ ਇੱਕ ਦੂਜੀ ਥਾਂ ਤੇ ਜਾਵੇ ਨਾ ਤੇ ਉਸ ਇਲਾਕੇ ਦੇ ਚੋਰ ਉਹਨਾਂ ਲੋਕਾਂ ਨੂੰ ਲੁੱਟ ਲਿਆ ਕਰਦੇ ਹਨ। ਜ਼ਿਆਦਾਤਰ ਚੋਰੀਆਂ ਦਾ ਡਰ ਹੁੰਦਾ। ਮਹਾਰਾਜ ਦੇ ਪਹਿਰੇਦਾਰ ਰਾਤ ਨੂੰ ਤਿਆਰ ਬਰ ਤਿਆਰ ਜਾਗਦੇ ਰਹੇ, ਬਾਕੀਆਂ ਨੇ ਆਰਾਮ ਕੀਤਾ। ਸਤਿਗੁਰੂ ਜੀ ਨੇ ਵੀ ਸੁੱਖ ਲਿਆ। ਪੁਨਹ ਪ੍ਰਾਤ ਕੋ ਜਾਗ ਇਸ਼ਨਾਨੇ। ਫਿਰ ਸਵੇਰ ਵੇਲੇ ਉੱਠ ਕੇ ਇਸ਼ਨਾਨ ਕੀਤੇ ਕਰ ਤਿਆਰੀ ਮਾਰਗ ਪ੍ਰਸਥਾਨੇ। ਔਰ ਫਿਰ ਤਿਆਰੀ ਕਰਕੇ ਤੁਰ ਪਏ ਹਨ। ਗ੍ਰਾਮ ਨਗਰ ਮਗ ਕੋ ਉਲਗੰਤੇ। ਸਾਰੇ ਪਿੰਡਾਂ ਸ਼ਹਿਰਾਂ ਨਗਰਾਂ ਦਾ ਸਫ਼ਰ ਤੈਅ ਕਰਦੇ ਹੋਏ ਸਨੇ ਸਨੇ ਸੁਖ ਸਹਿਤ ਚਲੰਤੇ। ਸਹਿਜੇ ਸਹਿਜੇ ਤੁਰੇ ਆਉਂਦੇ। ਰਸਤੇ 'ਚ ਕਈ ਨਗਰਾਂ 'ਚ ਲਖਨਊ ਵਿੱਚ ਵੀ ਗੰਜ ਗੁਰਦੁਆਰਾ ਇਤਿਹਾਸੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਉਹ ਬੀੜ ਵੀ ਹੈ ਜਿਹਦੇ 'ਚ 10ਵੇਂ ਪਾਤਸ਼ਾਹ ਜੀ ਦੇ ਦਸਖਤ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਹੋਰ ਵੀ ਸ਼ਹਿਰਾਂ ਪਿੰਡਾਂ 'ਚ ਮਹਾਰਾਜ ਚਰਨ ਪਾਏ। ਪਰ ਕਿਉਂਕਿ ਉਦੋਂ ਕਈ ਜਗ੍ਹਾ 'ਤੇ ਸਿੱਖੀ ਦਾ ਵਰਤਾਰਾ ਘੱਟ ਸੀ, ਜਿੱਥੇ ਹੈ ਸਨ ਸਿੱਖ ਉਹਨਾਂ ਨੇ ਤਾਂ ਯਾਦਗਾਰਾਂ ਬਣਾ ਲਈਆਂ, ਗੁਰਦੁਆਰੇ ਜਾਂ ਕੋਈ ਥੜੇ ਜਾਂ ਕੋਈ ਨਿਸ਼ਾਨੀਆਂ ਸਾਂਭ ਰੱਖੀਆਂ। ਉੱਥੇ ਤਾਂ ਗੁਰੂ ਘਰ ਬਣ ਗਏ ਨੇ। ਜਿੱਥੇ ਸਿੱਖੀ ਬਿਲਕੁਲ ਸਮਾਪਤ ਹੋ ਗਈ ਜਾਂ ਕੋਈ ਸਮਾਂ ਐਸਾ ਬਣਿਆ ਉੱਥੇ ਗੁਰੂ ਘਰ ਨਹੀਂ ਬਣੇ।
ਵੈਸੇ ਮਹਾਰਾਜ 20-25 ਮੀਲ 30 ਮੀਲ 40 ਮੀਲ ਜਾਂ 50 ਮੀਲ ਰੋਜ਼ ਸਫ਼ਰ ਕਰਦੇ ਸੀ। ਫਿਰ ਰਾਤ ਜਿੱਥੇ ਪੈਂਦੀ ਸੀ ਉੱਥੇ ਰੁਕਦੇ ਸੀ। ਇਸ ਹਿਸਾਬ ਨਾਲ ਸਾਨੂੰ ਦਰਜਨਾਂ ਗੁਰਦੁਆਰੇ ਹੋਰ ਬਣਨੇ ਨੇ ਜਿਹੜੇ ਉਹ ਪਰ ਇਤਿਹਾਸ ਜਦੋਂ ਗੁਰੂ ਸਾਹਿਬ ਆਪ ਪ੍ਰਗਟ ਕਰਨਗੇ, ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ, ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ ਨੇ, ਜਿੱਥੇ ਰਾਤਾਂ ਕੱਟੀਆਂ ਨੇ, ਉਹ ਜਗ੍ਹਾ ਬੋਲ ਪੈਂਦੀ ਹੈ, ਬੋਲਦੀ ਹੈ ਕਿਸੇ ਮਹਾਂਪੁਰਸ਼ ਦੇ, ਸਾਧੂ ਦੇ ਹਿਰਦੇ 'ਚ ਕੋਈ ਜੁੜਿਆ ਹੋਵੇ। ਜਿਵੇਂ ਬਾਬਾ ਮੋਦਨ ਸਿੰਘ ਜੀ ਮਹਾਂਪੁਰਸ਼ ਹੋਏ ਨੇ, ਉਹ ਸਾਧ ਸੰਗਤ ਜੀ ਫੌਜ ਵਿੱਚ ਸੀਗੇ। ਉਹਨਾਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦੇ ਕੇ ਆਖਿਆ ਵੀ ਸਾਡਾ ਹੇਮਕੁੰਟ ਸਥਾਨ ਇਹਨੂੰ ਪ੍ਰਗਟ ਕਰਨਾ। ਉਹਨਾਂ ਮਹਾਂਪੁਰਸ਼ਾਂ ਨੇ ਹੇਮਕੁੰਟ ਸਾਹਿਬ ਪ੍ਰਗਟ ਕੀਤਾ। ਇੱਦਾਂ ਹੋਰ ਵੀ ਬੜੇ ਸਾਧੂ ਮਹਾਤਮਾ, ਸੰਤ ਗੁਰਸਿੱਖ ਪਿਆਰੇ ਗੁਰੂ ਕੇ ਅਸਥਾਨਾਂ ਦੀ ਸੇਵਾ ਕਰਾਉਂਦੇ ਰਹੇ ਹਨ। ਹਾਂਜੀ। ਹਰਿਦੁਆਰ ਸ਼੍ਰੀ ਗੰਗਾ ਜਹਾਂ, ਹਰਿਦੁਆਰ ਗੰਗਾ ਇਹ ਜਿਹੜਾ ਸਾਧ ਸੰਗਤ ਜੀ ਇਲਾਕਾ ਹੈ, ਚਲ ਕਰ ਆਏ ਪਹੁੰਚੇ ਤਹਾਂ, ਮਹਾਰਾਜ ਉੱਥੇ ਆ ਪਹੁੰਚੇ ਹਨ। ਮਾਇਆਪੁਰੀ ਕੋ ਮਹਾ ਮਹਾਤਮ, ਇੱਥੇ ਮਾਇਆਪੁਰੀ ਹੈ, ਇੱਕ ਮਾਇਆਪੁਰੀ ਪੁਰਾਣਾ ਇੱਕ ਨਗਰ ਸੀ। ਭਾਈ ਵੀਰ ਸਿੰਘ ਜੀ ਕਹਿੰਦੇ ਹੁਣ ਉਹਦੇ ਖੰਡਰ ਹੀ ਰਹਿ ਗਏ ਨੇ, ਯਾਨੀ ਪੁਰਾਤਨ ਜਗ੍ਹਾ ਜਿਹੜੀ ਸੀ ਅਲੋਪ ਹੋ ਗਈ ਹੈ। ਉਹ ਕਨਖਲ ਤੇ ਹਰਿਦੁਆਰ ਦੇ ਵਿਚਕਾਰ ਕਰਕੇ ਸੀ। ਹਾਂਜੀ। ਦਰਸ਼ਨ ਪਰਸਨ ਤੇ ਸਦ ਆਤਮ, ਕਹਿੰਦੇ ਇਹ ਮਾਇਆਪੁਰੀ ਦਾ ਮਹਾਤਮ ਵੇਦਾਂ ਸ਼ਾਸਤਰਾਂ 'ਚ ਵੀ ਲਿਖਿਆ ਵੀ ਇਹਦੇ ਦਰਸ਼ਨ ਕਰਨ ਵਾਲੀ ਆਤਮਾ ਮਨ ਸ਼ੁੱਧ ਹੁੰਦਾ ਸੀ। ਬੜੇ ਬੜੇ ਮਹਾਂਪੁਰਸ਼ ਰਿਸ਼ੀਕੇਸ਼, ਹਰਿਦੁਆਰ, ਮਾਇਆਪੁਰੀ, ਕਨਖਲ ਵਿਖੇ ਤਪ ਕਰਦੇ ਸੀ। ਹੁਣ ਵੀ ਉੱਥੇ ਸਾਧੂ ਮਹਾਂਪੁਰਸ਼ ਬਹਿ ਕੇ ਪਰਮੇਸ਼ਰ ਦਾ ਭਜਨ ਕਰਦੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਉੱਥੇ ਆਏ ਹਨ। ਉਤਰਿਓ ਸਿਵਰ ਗੁਰੂ ਕੋ ਆਏ, ਮਾਇਆਪੁਰੀ 'ਚ ਆ ਪ੍ਰਣ ਕੀਤਾ, ਡੇਰਾ ਕੀਤਾ ਸ੍ਰੀ ਕਲਗੀਧਰ ਜੀ ਮਹਾਰਾਜ ਨੇ। ਸੁਣ ਕਰ ਸਿੱਖ ਜੇ ਔਰ ਹਰ ਖਾਏ, ਜਿਹੜੇ ਸਿੱਖ ਸਨ ਬੜੇ ਖੁਸ਼ ਹੋਏ ਹਨ। ਦਰਸ਼ਨ ਦੇਖ ਦੇਖ ਸੁਖ ਪਾਇਓ, ਉਹਨਾਂ ਨੇ ਹਰਿਦੁਆਰ ਦੇ ਸਿੱਖਾਂ ਨੇ, ਲਾਗੇ ਜਵਾਲਾਪੁਰ ਹੈ, ਬਹਾਦਰਪੁਰ ਹੈ, ਇਹ ਸਾਰਾ ਹਰਿਦੁਆਰ ਦਾ ਇਲਾਕਾ, ਰਿਸ਼ੀਕੇਸ਼ ਦਾ। ਇੱਥੇ ਹੁਣ ਤਾਂ ਸਿੱਖ ਥੋੜ੍ਹੇ ਘਟ ਗਏ ਨੇ, ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਹੈਗੇ ਨੇ। ਪਹਿਲਾਂ ਬਹੁਤ ਸੀਗੇ। ਸੋ ਉਹ ਸਾਰੇ ਸਿੱਖ ਗੁਰੂ ਸਾਹਿਬ ਜੀ ਨੂੰ ਮਿਲੇ ਹਨ। ਜਥਾ ਸ਼ਕਤ ਕਰ ਦਰਬ ਚੜਾਇਓ, ਯਥਾ ਸ਼ਕਤੀ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਹੈ। ਅਪਰ ਸੇਵਕੋ ਕਰੀ ਸੰਭਾਲਣ, ਔਰ ਬੜੀ ਸੇਵਾ ਸੰਭਾਲ ਕੀਤੀ ਹੈ। ਘੋੜਿਆਂ ਦੇ ਘਾਹ ਪੱਠੇ ਦਾ ਵੀ ਬੰਦੋਬਸਤ ਕੀਤਾ ਹੈ। ਅਪਰ ਲੋਕ ਬਹੁ ਕਰਤ ਨਿਹਾਰਨ, ਹੋਰ ਸਾਰੇ ਲੋਕਾਂ ਨੂੰ ਉੱਥੇ ਮਹਾਰਾਜ ਨੇ ਦਰਸ਼ਨ ਦਿੱਤੇ ਹਨ। ਮਿਸਾਕੀਨ ਬਿਸਰਾਮ ਗਸਾਈ, ਰਾਤ ਨੂੰ ਮਹਾਰਾਜ ਮਾਇਆਪੁਰੀ ਹਰਿਦੁਆਰ ਦੇ ਲਾਗੇ ਰੁਕੇ ਹਨ। ਪ੍ਰਾਤ ਉਠੇ ਕਰ ਸੋਚ ਸਬਾਈ, ਤੇ ਉਥੋਂ ਸੋਚ ਇਸ਼ਨਾਨ ਕਰਕੇ ਸਵੇਰੇ ਉੱਠ ਕੇ ਸੁਰਸਰ ਪਾਵਨ ਜਲ ਮਹਿ ਮੱਜਾ, ਗੰਗਾ ਦੇ ਜਲ ਵਿੱਚ ਇਸ਼ਨਾਨ ਕੀਤਾ ਹੈ। ਜਿਸ ਪਰ ਸੇ ਸਭ ਕੇ ਅਗ ਭੱਜਾ, ਜਿਸ ਗੰਗਾ ਦਾ ਬੜਾ ਮਹਾਤਮ ਮੰਨਿਆ ਜਾਂਦਾ ਵੀ ਜਿਹਦੇ ਇਸ਼ਨਾਨ ਨਾਲ ਪਾਪ ਨਾਸ ਹੁੰਦੇ ਨੇ। ਲੱਖਾਂ ਕਰੋੜਾਂ ਲੋਕ ਸਾਧ ਸੰਗਤ ਜੀ ਉੱਥੇ ਇਸ਼ਨਾਨ ਕਰਦੇ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਉੱਥੇ ਸੰਗਤਾਂ ਨੂੰ ਦਰਸ਼ਨ ਦੇ ਕੇ, ਧੰਨ ਗੁਰੂ ਅਮਰਦਾਸ ਜੀ ਦਾ ਸਥਾਨ ਵੀ ਹੈ ਕਨਖਲ ਦੇ ਵਿੱਚ। ਗੁਰੂ ਨਾਨਕ ਦੇਵ ਜੀ ਦਾ ਹਰ ਕੀ ਪੌੜੀ 'ਤੇ ਭਾਵੇਂ 1984 ਤੋਂ ਬਾਅਦ ਇਹ ਕੁਝ ਦੁਸ਼ਟ ਲੋਕਾਂ ਨੇ, ਈਰਖਾਲੂ ਲੋਕਾਂ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਥਾਨ ਅਲੋਪ ਕਰ ਦਿੱਤਾ ਸੀ, ਪਰ ਗੁਰੂ ਸਾਹਿਬ ਦਾ ਸਥਾਨ ਹੈ ਸੀ ਉੱਥੇ। ਪਹਿਲੀ ਪਾਤਸ਼ਾਹੀ ਦਾ, ਤੀਜੀ ਪਾਤਸ਼ਾਹੀ ਦਾ ਅਤੇ 10ਵੀਂ ਪਾਤਸ਼ਾਹੀ। ਸੋ ਗੁਰੂ ਸਾਹਿਬ ਇੱਥੇ ਗਏ ਹਨ। ਅਗਲੀ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।